ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਚੌਥਾ। ਹਰ ਪਹਿਲੜੀ ਲਾਭ, ਪ੍ਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ। ਹਰ ਪਹਿਲੜੀ ਲਾਭ, ਪ੍ਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਧਰਮ ਦ੍ਰਿੜੋ ਹਰਿ ਨਾਮ ਧਿਆਵੋ, ਸਿਮ੍ਰਿਤ ਨਾਮ ਦ੍ਰਿੜਾਇਆ। ਸਤਿਗੁਰ ਗੁਰਪੂਰਾਇਆ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਸਹਿਜ ਆਨੰਦ ਹੋਆ ਵਡ ਭਾਗੀ, ਮਨ ਹਰ ਹਰ ਮੀਠਾ ਲਾਇਆ। ਜਨ ਕਹੈ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ। ਸਹਿਜ ਆਨੰਦ ਹੋਆ ਵਡ ਭਾਗੀ, ਮਨ ਹਰ ਹਰ ਮੀਠਾ ਲਾਇਆ। ਜਨ ਕਹੈ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼, ਸ਼ਾਮ ਸਮੇਂ ਅਸੀਂ ਸਤਸੰਗਤ ਦੇ ਸਮੇਂ ਨੂੰ ਮਾਣ ਰਹੇ ਹਾਂ। ਲੜੀਵਾਰ ਗੁਰਬਾਣੀ ਵਿਆਖਿਆਨ ਵਿੱਚ ਸੂਹੀ ਰਾਗ ਦਾ ਛੰਤ ਵਿਚਾਰ ਗੁਜ਼ਰੇ ਹੈ। ਲਾਵਾਂ ਦਾ ਪਾਠ ਗੁਰੂ ਰਾਮਦਾਸ ਸਾਹਿਬ ਦੁਆਰਾ ਉਚਰਿਤ ਕੀਤੀ ਗਈ ਉਹ ਰਚਨਾ ਜੋ ਆਨੰਦ ਸੰਸਕਾਰ ਦੇ ਨਾਲ ਸੰਬੰਧ ਰੱਖਦੀ, ਜਾਂ ਇਸ ਤਰ੍ਹਾਂ ਕਹਿ ਲਓ ਕਿ ਜਿਹਦੇ ਨਾਲ ਆਨੰਦ ਸੰਸਕਾਰ ਸੰਪੰਨ ਹੁੰਦਾ ਹੈ। ਅਸੀਂ ਵੈਸੇ ਤਾਂ ਬੀਤੇ 3 ਹਾਜ਼ਰੀਆਂ ਦੇ ਵਿੱਚ ਜਾਂ ਇਸ ਤੋਂ ਪਿੱਛੇ ਵੀ ਕਾਫੀ ਵਿਵਾਹ ਸੰਸਕਾਰ ਇਹਦੇ ਬਾਰੇ ਬੜੀ ਡਿਟੇਲਡ ਬਾਤ ਪਾਉਂਦੇ ਹੈਗੇ, ਪਰ ਕਿਉਂਕਿ ਹੁਣ ਇਹ ਇੱਕ ਤਾਂ ਸਾਡੇ ਸਿੱਧੇ ਤੌਰ 'ਤੇ ਸਾਰੀ ਬਾਣੀ ਦੇ ਸਿੱਧੇ ਜੀਵਨ ਨਾਲ ਸੰਬੰਧ ਹੈ, ਪਰ ਇਹ ਖਾਸ ਇੱਕ ਈਵੈਂਟ ਜਿਹੜਾ ਲਾਈਫ ਦੇ ਵਿੱਚ ਬੜਾ ਮੇਨ ਟਰਨਿੰਗ ਈਵੈਂਟ ਹੁੰਦਾ, ਟਰਨਿੰਗ ਜਿਹਦੇ 'ਚ ਲਾਈਫ ਇੱਕ ਟਰਨਿੰਗ ਪੁਆਇੰਟ 'ਤੇ ਆਉਂਦੀ ਹੈ। ਸੋ ਇਸ ਬਾਬਤ ਬਾਤ ਪਾਉਂਦੇ ਹਾਂ। ਅਸੀਂ ਇਸ ਪਾਵਨ ਬਾਣੀ ਦੀ ਵਿਵੇਚਨਾ ਕਰ ਰਹੇ ਹਾਂ। ਵਿਆਖਿਆ ਦੇ ਵਿੱਚ ਪਹਿਲੀ ਲਾਮ ਦਾ ਪਾਠ
ਅਸੀਂ ਬੀਤੇ ਕੱਲ ਵੀ ਤੇ ਉਸ ਤੋਂ ਪਿਛਲੇ ਰੋਜ਼ ਵੀ ਪੰਕਤੀ ਬਾ ਪੰਕਤੀ ਤੇ ਉਸ ਪੰਕਤੀ ਵਿੱਚ ਆ ਰਹੇ ਲਫ਼ਜ਼ਾਂ ਅਲਫਾਜ਼ਾਂ ਹਰਫਾਂ ਦੇ ਨਾਲ ਸਮੁੱਚੇ ਦੇ ਸਮੁੱਚੇ ਜਿਹੜੇ ਕੌਨਟੈਕਸਟ ਤੇ ਪ੍ਰਸੰਗ ਜੁੜਦੇ ਨੇ ਉਹਦੀ ਅਸੀਂ ਬਾਤ ਪਾ ਰਹੇ ਹਾਂ। ਬਚਨ ਜੋ ਹੈ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਮੈਂ ਬੇਨਤੀ ਕਰ ਰਿਹਾ ਸੀਗਾ, ਇੱਕ ਜੀਵਨ ਪ੍ਰਾਰੰਭ ਹੋਇਆ, ਬਚਪਨ ਲੰਘਿਆ, ਬਚਪਨ ਤੋਂ ਜੋਬਨ ਦੀ ਦਹਿਲੀਜ਼ 'ਤੇ ਕਦਮ ਪਾਉਂਦਿਆਂ ਜਿਹੜੇ ਹਾਰਮੋਨਸ ਨੇ ਜੋ ਸਾਡੇ ਅੰਦਰ ਇੱਕ ਕੁਦਰਤ ਨੇ ਸ਼ਕਤੀ ਪਾਈ ਹੈ ਸਰੂਪ ਦੇ ਵਿੱਚ, ਜਿਹਦੇ ਵਿੱਚੋਂ ਮਨੁੱਖ ਦੇ ਅੰਦਰ ਰਵਣ ਦੀ ਬਿਰਤੀ, ਜਿਹੜੀ ਇੱਕ ਕਿਸੇ ਦੇ ਹੋ ਜਾਣ ਦੀ, ਕਿਸੇ ਨੂੰ ਆਪਣਾ ਬਣਾ ਲੈਣ ਦੀ, ਵਿਚ ਵੀ ਕਾਲਡ ਹੌਰਨੀ ਕਾਈਂਡ ਆਫ ਫੀਲਿੰਗਸ, ਵੀ ਹੈਵ ਦੈਟ। ਇਹਦੀ ਜੜ ਜਿਹੜੀ ਉਹ ਬਲਰਾਮ ਹੈ, ਭਾਵ ਕੁਦਰਤ ਨੇ ਬਲ ਦਿੱਤਾ ਸਾਨੂੰ। ਤੇ ਫਿਰ ਇਹ ਇੱਕ ਨੈਕਸਟ ਲੈਵਲ 'ਤੇ ਜਾ ਕੇ ਲਸਤ ਤੋਂ ਰੋਮਾਂਸ ਵਿੱਚ ਕਨਵਰਟ ਹੁੰਦੀ ਹੈ, ਜਦੋਂ ਤੁਸੀਂ ਧਰਤੀ ਦੇ ਉੱਤੇ ਇੱਕ ਸਨੇਹ ਦੀ ਤਾਮੀਰ ਉਸਾਰਦੇ ਹੋ, ਸਨੇਹ ਦੀ ਤਾਮੀਰ, ਇੱਕ ਪਰਿਵਾਰ ਉਸਾਰਦੇ ਹੋ। ਉਸ ਪਰਿਵਾਰ ਦੇ ਅੰਦਰ ਦੁੱਖ, ਗੁਰਬਤ, ਤਕਲੀਫ, ਵੇਦਨ, ਪੀੜਾ, ਤੰਗੀਆਂ, ਤੁਰਸੀਆਂ, ਸਭ ਕੁਝ ਸਹਿ ਕੇ ਆਪਣੇ ਆਲੇ ਦੁਆਲੇ ਦੇ ਵਿੱਚ ਖਾਸ ਕਰਕੇ ਦੋ ਇੰਡੀਵਿਜੂਅਲ ਇੱਕ ਦੂਜੇ ਨੂੰ ਸਪੋਰਟ ਕਰਦੇ, ਉਹਨਾਂ ਦੇ ਵਿੱਚੋਂ ਆਉਣ ਵਾਲੀਆਂ ਔਲਾਦਾਂ ਉਹਨਾਂ ਨੂੰ ਸਪੋਰਟ ਕਰਦੇ, ਇਹ ਤਾਂ ਫਿਰ ਇੱਕ ਪਰਿਵਾਰ ਸਿਰਜਦੇ, ਕੁਟੁੰਬ ਸਿਰਜਦੇ। ਉਸ ਕੁਟੁੰਬ ਦੇ ਵਿੱਚੋਂ ਫਿਰ ਸਮਾਜ ਸਿਰਜਿਆ ਜਾਂਦਾ, ਤੇ ਇਹ ਸਭ ਚੀਜ਼ ਫਿਰ ਅੱਗੇ ਚੱਲਦੀ ਹੈ। ਗੁਰੂ ਸਾਹਿਬ ਕਹਿੰਦੇ ਇਹ ਪ੍ਰਵਿਰਤੀ ਕਰਮ ਹੈ, ਦ੍ਰਿੜਾਇਆ, ਇਹ ਲਾਜ਼ਮੀ ਹੈ। ਇਸ ਰੋਲ ਨੂੰ ਅਸਾਂ ਸਭ ਨੇ ਪਲੇ ਕਰਨਾ ਆ, ਕਿਉਂਕਿ ਜਿਹਨੂੰ ਸਾਹਿਬ ਨੇ ਇਸ ਤਰ੍ਹਾਂ ਬਿਆਨ ਕੀਤਾ ਸੀ, ਗੁਰੂ ਅਮਰਦਾਸ ਸਾਹਿਬ ਦੇ ਬਚਨ ਪੜ੍ਹਦੇ ਹਾਂ ਕਿ ਇਹ ਕੁਟੁੰਬ ਤੁਝੇ ਦੇਖਦਾ ਚੱਲੇ ਨਾ ਹੀ ਤੇਰੇ ਨਾਲ ਹੈ। ਜੋ ਤੂੰ ਕੁਟੁੰਬ ਦੇਖਦਾ ਹੈ, ਇਹਨੇ ਤੇਰੇ ਨਾਲ ਤੇ ਨਹੀਂ ਜਾਣਾ। ਮਤਲਬ ਇਹ ਤੇ ਹੈ ਨਹੀਂ ਕਿ ਕੁਟੁੰਬ ਜਿਹੜਾ ਆ ਉਹ ਸਦੀਵ ਕਾਲੀ ਹੈ। ਇਹ ਟਾਈਮ ਬੀਇੰਗ ਵਾਸਤੇ ਅਸੀਂ ਹੈਗੇ ਹਾਂ ਇਕੱਠੇ, ਜੁੜ ਵਿਛੁੜੇ ਵਿਛੁੜ ਜੁੜੇ, केत्यां के बाप केत्यां के बेटे केते गुर चेले हुए, ऐसे घर हम बहुत बसाए जब हम राम गर्भ होए आए। ਇਹੋ ਜਿਹੇ ਘਰ ਪਤਾ ਨਹੀਂ ਕਿੰਨੇ ਪਹਿਲਾਂ ਵਸੇ, ਕਿੰਨੇ ਅੱਗੇ ਜਾ ਕੇ ਵਸਾਉਣੇ ਨੇ। ਤੇ ਪੁਰਬ ਜਨਮ ਕੇ ਮਿਲੇ ਸੰਜੋਗੀ। ਅੱਜ ਮੈਨੂੰ ਕੁਝ ਮੈਂਬਰ ਘਰ ਦੇ ਬੜੇ ਮਿੱਠੇ ਲੱਗਦੇ ਨੇ, ਹੈ ਤੇ ਸਮਾਜ ਦੇ ਮੈਂਬਰ ਨੇ, ਪੂਰੀ ਕੁਦਰਤ ਦੇ ਵਿੱਚ ਬਣੇ ਹੋਏ ਰੂਪਾਂ ਦੇ ਵਿੱਚ ਹੀ ਨੇ, ਪਰ ਇਹ ਇੱਕ रूप मेरे सामने नचदा आ, टपदा आ, खेडदा आ, मेरी जान निकलती है। कमाल, इन्ना मिठा, इन्ना प्यार, इन्ना स्नेह आ रहा। ये कुटुंब आ, ये प्रवृत्तिकरण की आमद विचों सब कुछ आ रहा है। ये दृढ़ कराया गुरु साहब ने, पर ख्याल भी रखी बड़ी बैलेंस्ड अप्रोच, जिन्होंने गुरु साहब ने इस तरह में बयान किया, क्योंकि सारी बड़ी इसे चीज़ तरतीब देंगे महाराज। क्या गया कि यह कुटुंब तुझे देखता चले ना ही तेरे नाल है, साथ तेरे चले ना ही तिस नाल क्यों चित लाई है। ऐसा कम मूले ना कीचई जित अंत पछताई है। एक कम इहो जिहा मूलों ही ना करी जिस अंत पछताउणा पए तैनूं। ते लोकी पछताउंदे वेखे होणगे तुसीं प्रवृत्ति कर्म दे विच सारा कुछ। जिन्होंने साहब ने कहा बहु परपंच कर परधन लियावै, सुत दारा पयान लुटावै। मेरा सुत मेरी दारा, यही सब कुछ है। माई वाइफ, माई किड्स, दे आर एवरीथिंग फॉर मी। ठीक है जी, मैं इन्हां वास्ते सारा कुछ कर रहा, एक्स्ट्रा माइल जा रहा। तो ये इवज विच एटलीस्ट मेरी केयर तो करनगे ना, रिस्पैक्ट करनगे, मैनू हायर लैवल ते इत्थे समझणगे, मेरी पूजा करनगे, मैनू याद करनगे। हुंदा की है, ये तो समाज दे विच रीत आ, समाज दे च चीज़ां तुसीं रोज़ देखदे हो। जिवें ही अगे समाज विच विचरदे वेखदे आ भी हू केयर, ये सोसाइटी ते तुसीं आम करके देख लैंदे हो। मैं तो कई बार खास करके पेरेंटिंग्स की चर्चा करते हैं, डिस्कशन करते, असीं बात करते हैं
कि सॉरी टू से बच्चों ਨੂੰ मापे कहते ले तेरे वास्ते असीं की किया, तो बच्चे वो कहते ने हू टोल्ड यू टू डू इट, किन्ने क्या ही तेन करने वास्ते, दस मैनू। खून पानी बन जाता बंदे का, साह रुक जाते, लगता धरती फट जे विच ही समा जाए, की कह रहा मैनू, मैं तो सब कुछ ही दा ते लाता। हाँ भाई, क्योंकि बाणी नहीं ना पढ़ी कि चेते रखी ऐसा कम मुले ना कीजे, इहो जे काम ना करी, इन्नी आस ना लगाई, इन्नी इन्वेस्टमेंट ना करी। तो इन्वेस्टमेंट सिर्फ फाइनैशियल नहीं होंगी, सब तो वड्डी इन्वेस्टमेंट इमोशनल होंगी है। ਜਦੋਂ ਬੰਦਾ ਇਮੋਸ਼ਨਲੀ ਇਨਵੋਲਵ ਹੋ ਜਾਂਦਾ ਕਿ ਬਸ ਇਹੀ ਮੇਰੀ ਜ਼ਿੰਦਗੀ ਹੈ, ਬਸ ਇਹਨਾਂ ਦਾ ਹੱਸਣ 'ਚ ਹੀ ਮੈਂ ਹੱਸਦਾ, ਇਹਨਾਂ ਦੇ ਰੋਣ 'ਚ ਹੀ ਮੈਂ ਰੋਣਾ ਆ, ਇਹਨਾਂ ਦੇ ਖੇਡਣ 'ਚ ਹੀ ਮੈਂ ਖੇਡਦਾ, ਬਸ ਦੇ ਆਰ ਮਾਈ ਲਾਈਫ, ਆਈ ਐਮ ਜਸਟ देयर ਰਿਫਲੈਕਸ਼ਨ। ਦਨ ਭਾਈ ਧਰਮ ਟੁੱਟ ਗਿਆ। ਪ੍ਰਵਿਰਤ ਹੋਣ ਦਾ ਮਾਇਨਾ ਇੱਥੇ ਜਾ ਕੇ ਸਮਝ, ਫਿਰ ਜਿਸੇ ਬਾਤ ਨੂੰ ਤੋਰੀ ਜਾਵਾਂ ਕਮਾਲ, ਮਤਲਬ ਇੱਕ ਬਾਣੀ ਤੇ ਇੱਕ ਤਰੀਕੇ ਨਾਲ ਕ੍ਰਿਸਟਲ ਕਲੀਅਰ ਕਰਦੀ ਜਾਂਦੀ ਸਾਰਾ ਕੁਝ। ਖੈਰ ਸਾਹਿਬ ਕਹਿੰਦੇ ਪ੍ਰਵਿਰਤੀ ਕਰਮ ਦ੍ਰਿੜਾਇਆ, ਤੇ ਪ੍ਰਵਿਰਤੀ ਕਰਮ ਕੀ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਵੀ ਤੇ ਕੱਲ ਬਾਤ ਕੀਤੀ ਸੀ ਮੈਂ। ਕੋਈ ਸਪੈਸੀਫਿਕ ਵੇ ਦੇ ਨਾਲ ਕੋਈ ਵਿਵਾਹ ਸੰਪੰਨ ਹੋਏ ਜਾਂ ਸਪੈਸੀਫਿਕ ਸਮੇਂ ਵਿੱਚ ਜਗ੍ਹਾ ਤੇ ਉਹੀ ਵਿਆਹ ਵਧੀਆ ਹੋਏਗਾ ਨਾ, ਵਿਆਹ ਵਧੀਆ ਨਿਭੇਗਾ ਧਰਮ ਦੇ ਨਾਲ। ਧਰਮ ਇਟਸ ਏ ਡਿਸਿਪਲਿਨ ਆਫ ਲਾਈਫ। ਧਰਮ ਦੀ ਪਰਿਭਾਸ਼ਾ ਬਾਣੀ 'ਚ ਬਹੁਤ ਆਲਮੀ ਹੈ, ਜਿੱਥੇ ਗੁਰੂ ਸਾਹਿਬ ਇਹ ਬਿਆਨ ਕਰਦੇ ਧਰਮ ਦਾ ਸਹੀ ਰੂਪ ਵਿੱਚ ਮਾਇਨਾ ਹੁੰਦਾ ਆ, ਧਰਮ ਮੀਨ ਧਾਰਨ ਕਰਨਾ, ਟੂ ਅਡਾਪਟ, ਕਿਸੇ ਚੀਜ਼ ਨੂੰ ਅਡਾਪਟ ਕਰ ਲੈਣਾ, ਫੋਲੋ ਕਰਨਾ, ਉਹਦੇ ਧਾਰਨੀ ਹੋ ਜਾਣਾ, ਦੈਟ ਇਜ਼ ਧਰਮ। ਬੰਦੇ ਨੇ ਧਰਤੀ ਤੇ ਕੋਈ ਨਾ ਕੋਈ ਜੀਵਨ ਜੀਣ ਦਾ ਢੰਗ ਸਲੀਕਾ ਅਡਾਪਟ ਕਰਨਾ ਆ, ਤੇ ਉਹ ਸਾਡੇ ਆਲੇ ਦੁਆਲੇ ਵਿੱਚੋਂ ਕਿਤੋਂ ਰਿਫਲੈਕਟ ਕਰਦਾ ਹੈ। ਕਈ ਵਾਰ ਸਾਡੀਆਂ ਜਿਹੜੀਆਂ ਜਨਰੇਸ਼ਨਸ ਪਿੱਛੋਂ ਆ ਰਹੀਆਂ ਨੇ, ਬੰਦਾ ਆਪਣੇ ਰੂਟਸ ਨੂੰ ਫੋਲੋ ਕਰਦਾ। ਕਈ ਵਾਰ ਲੋਕ ਆਪਣੇ ਰੂਟਸ ਨੂੰ ਫੋਲੋ ਨਹੀਂ ਕਰਦੇ, ਉਹ ਆਲੇ ਦੁਆਲੇ ਦੇ ਇਨਫਲੂਐਂਸ ਵਿੱਚੋਂ, ਜਿਵੇਂ ਅੱਜ ਦਾ ਸਮਾਜ ਆ ਇਹਦੇ ਵਿੱਚ ਜਿਹਨੂੰ ਕਿਹਾ ਜਾਂਦਾ ਹੈ ਕਿ ਫੈਕਟ ਬੇਸਡ ਜਾਂ ਡਾਟਾ ਬੇਸਡ ਅਪਰੋਚ ਅਡਾਪਟ ਕੀਤੀ ਜਾਏ, ਰੈਸ਼ਨਲ ਮਾਈਂਡਡ ਹੋ ਗਏ ਲੋਕੀ ਕਈ ਵਾਰੀ ਲਿਟਰਲੀ ਤੌਰ ਤੇ ਕਹਿੰਦੇ ਆਈ ਐਮ ਰੈਸ਼ਨਲਿਸਟ, ਆਈ ਐਮ ਨੋਟ ਐਨੀ ਅਦਰ ਕਾਈਂਡ ਆਫ ਰਿਲੀਜੀਅਸਟ, ਆਈ ਐਮ ਰੈਸ਼ਨਲਿਸਟ। ਮੈਂ ਤਾਰਕ ਕਿਆ, ਮੈਂ ਤਰਕ ਨਾਲ ਚੱਲਦਾ ਜੀ। ਤਰਕ ਉਹ ਜਿਹੜਾ ਦੁਨੀਆ ਆਲੇ ਦੁਆਲੇ ਵਰਤਾਉਂਦੀ ਦਿੰਦੀ ਹੈ, ਉਹਦੇ ਵਿੱਚ ਵੀ ਹਰ ਜਗ੍ਹਾ ਤੇ ਟਰੈਪ ਹੈਗਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਜੇ ਤੁਸੀਂ ਡੀਪ ਲੈਵਲ ਤੇ ਜਾਓਗੇ ਤੇ ਜੇ ਤੁਸੀਂ ਕਿਸੇ ਜਿਸ ਵੀ ਖੂਹ 'ਚ ਡਿੱਗੋਗੇ ਉਹ ਕਲਟੀ ਹੋਏਗਾ। ਗੁਰਮਤ ਸਕੂਲ ਆਫ ਥਾਟ ਨੇ ਦੱਸਿਆ ਇਹ ਕੋਈ ਮਾਇਨੇ ਨਹੀਂ ਕਰਦਾ ਕਿ ਤੁਸੀਂ ਕਿਹੜੇ ਖੂਹ 'ਚ ਡਿੱਗੇ ਹੋ, ਕੁਝ ਯੂਨੀਵਰਸਲ ਰਿਐਲਿਟੀਜ਼ ਨੇ, ਉਹਨਾਂ ਨੂੰ ਜ਼ਰੂਰ ਫੋਲੋ ਕਰੋ। ਡਜ਼ਨਟ ਮੈਟਰ ਤੁਸੀਂ ਕਿਸ ਆਰਗੇਨਾਈਜ਼ ਸਕੂਲ ਆਫ ਥਾਟ ਵਿੱਚੋਂ ਆ ਰਹੇ ਹੋ, ਕਿਸ ਕਿਸਮ ਦਾ ਤੁਹਾਡਾ ਕਲਚਰ ਸੀਗਾ, ਕਿਹੋ ਜਿਹੀਆਂ ਤੁਹਾਡੀਆਂ ਪ੍ਰੈਫਰੈਂਸ ਸੀਗੀਆਂ ਉਸ ਕਲਚਰਲ ਨਿਜ਼ਾਮ ਵਿੱਚ ਰਹਿੰਦਿਆਂ ਹੋਇਆ। ਬੀਤੇ ਕੱਲ੍ਹ ਹੀ ਮੈਂ ਸਾਡੇ ਆਪਣੇ ਬੜੇ ਪਿਆਰੇ ਭਾਈ ਸਾਹਿਬ ਨਾਲ ਬਾਤ ਪਾ ਰਿਹਾ ਸੀਗਾ, ਉਹ ਕਹਿ ਰਹੇ ਸੀਗੇ ਕਿ ਉਹ ਸ਼ਬਦ ਹੈ ਇਸ ਕਾਇਆ ਅੰਦਰ ਪਾਪ ਪੁੰਨ ਦੋਏ ਭਾਈ, ਮਤਲਬ ਇਸ ਕਾਇਆ ਦੇ ਵਿੱਚ ਹੀ ਪਾਪ ਤੇ ਪੁੰਨ ਦੋਵੇਂ ਭਰਾ ਨੇ, ਇਸ ਕਿਸਮ ਦੇ ਨਾਲ ਉਹਦੀ ਬਾਤ ਹੋ ਰਹੀ ਸੀ ਸ਼ਬਦ ਦੀ। ਤੇ ਮੈਨੂੰ ਪੁੱਛ ਰਹੇ ਸੀ ਵੀ ਇਹ ਕੀ ਹੈ। ਹਕੀਕਤ ਇਹ ਹੈ ਪਾਪ ਤੇ ਪੁੰਨ ਬਹੁਤ ਨੇੜਲੀ, ਬੜੀ ਨੇੜਲੀ ਰਿਲੇਸ਼ਨਸ਼ਿਪ ਹੈ ਦੋਵਾਂ ਦੀ। ਮੈਂ ਉਹਨਾਂ ਨੂੰ ਐਗਜ਼ਾਮਪਲ ਕਰ ਰਿਹਾ ਸੀਗਾ ਕਿ ਕਲਚਰਲ ਸਾਈਡ ਤੋਂ ਆਪਾਂ ਦੇਖਦੇ ਹਾਂ ਤੇ ਸਪੋਜ਼ ਕਰੋ ਕਿ ਕੈਨੇਡੀਅਨ ਕਲਚਰ 'ਚ ਰਹਿੰਦਿਆਂ ਹੋਇਆਂ ਬੱਚਾ ਕਿਤਾਬ ਲੈ ਕੇ ਪੜ੍ਹ ਰਿਹਾ ਹੈ, ਤੇ ਕਿਤਾਬ ਤੇ ਇੱਕ ਪਾਸੇ ਛੱਡੋ, ਮੈਂ ਤੇ ਗੁਰਮਤ ਕੈਂਪਾਂ 'ਚ ਲੰਬੇ ਸਮੇਂ ਤੋਂ ਇਨਵੋਲਵ ਰਿਹਾ ਵਾਂ, ਤੇ ਮੈਂ ਲਿਟਰਲੀ ਤੌਰ ਤੇ ਦੇਖਿਆ ਆ ਕਿ ਬੱਚਿਆਂ ਨੂੰ ਅਸੀਂ ਗੁਟਕੇ ਫੜਾਉਂਦੇ ਹਾਂ, ਲਓ ਫੜੋ ਪਾਠ ਕਰੋ, ਤੇ ਉਹ ਬੱਚਾ ਜਿਹੜਾ ਆ ਗੁਟਕਾ ਫੜਿਆ ਹੱਥ ਦੇ 'ਚ, ਤੇ ਇੱਕਦਮ ਉਹਨੂੰ ਲੱਗਦਾ ਵੀ ਅੱਛਾ ਮੈਂ ਓਕੇ ਮੈਂ ਫਲਾਣਾ ਕੰਮ ਕਰਨਾ, ਕਾਰਪੇਟ 'ਤੇ ਰੱਖਦਾ ਗੁਟਕਾ। ਹੁਣ ਇਹ ਕਈ ਵਾਰ ਇਹ ਵੀ ਹੋਇਆ ਕਿ ਬੱਚੇ ਨੇ ਗੁਟਕੇ ਨੂੰ ਗੋਡੇ ਥੱਲੇ ਰੱਖ ਲਿਆ, ਨੋਰਮਲ ਇਸ ਵੇ ਦੇ ਨਾਲ। ਉਹਨੂੰ ਕੋਈ ਆਵਾਜ਼ ਦੇ ਕੇ, ਸਾਡੇ ਕਈ ਵਾਰੀ ਜਿਹੜੇ ਉੱਥੇ ਫੈਸਿਲੀਟੇਟਰਸ ਹੁੰਦੇ, ਵੋਲੰਟੀਅਰਸ ਹੁੰਦੇ, ਹੈਲਪਰਸ ਹੁੰਦੇ,
ਉਹ ਗੁੱਸੇ ਹੋ ਜਾਂਦੇ ਇੱਕਦਮ, ਓਏ what are you doing, don't put it on actually floor, no always hold ਗੁਟਕਾ ਸਾਹਿਬ with respect, ਇਹੋ ਜਿਹੀ ਗੱਲਾਂ ਠੀਕ ਹੈ। ਪਰ ਬੱਚੇ ਨੂੰ ਕਈ ਵਾਰ ਬੜੀ ਅਟਪਟੀ ਗੱਲ ਲੱਗਦੀ, what are you talking about, ਕਈ ਵਾਰੀ ਉਹਨਾਂ ਨੂੰ ਕਿਹਾ ਜਾਂਦਾ ਸਿੱਧੇ ਤੌਰ ਤੇ, ਓਏ ਪਾਪ ਲੱਗੇਗਾ, ਇਟਸ ਅ ਸਿਨ, ਡੋਂਟ ਪੁੱਟ ਦਿਸ ਗੁਟਕਾ ਸਾਹਿਬ ਔਨ ਫਲੋਰ, ਵਾਈ, what is the sin over here, ਐਵੇਂ ਕਹਿੰਦੇ ਬੱਚੇ। ਜੇ ਐਗਜ਼ੈਕਟਲੀ ਥੋੜ੍ਹੀ ਜਿਹੀ ਕਲਚਰਲ ਰੂਪ ਵਿੱਚ ਤੁਸੀਂ ਡਿਫਰੈਂਟ ਸੈਟਿੰਗ ਵਿੱਚ ਚਲੇ ਜਾਓ, ਜਿੱਥੋਂ ਅਸੀਂ ਆਏ ਹਾਂ, ਸਪੋਜ਼ ਸਵੇਰੇ ਬੱਚੇ ਦਾ ਐਗਜ਼ਾਮ ਆ ਅਤੇ ਪਿੰਡਾਂ ਥਾਵਾਂ 'ਚ ਜਿੱਥੇ ਅਸੀਂ ਪੜ੍ਹੇ ਆ, ਅਤੇ ਤੁਸੀਂ ਸ਼ਾਮ ਨੂੰ ਮੈਥ, ਸੋਸ਼ਲ ਸਟੱਡੀਜ਼, ਸਾਇੰਸ, ਲੈਂਗੁਏਜ, ਕੋਈ ਉਹਦੀ ਟੈਕਸਟ ਬੁੱਕ ਲੈ ਕੇ ਪੜ੍ਹ ਰਹੇ ਹੋ, ਅਤੇ ਜਾਣੇ ਅਣਜਾਣੇ ਜਾਂ ਟੋਟਲੀ ਜਿਹੜਾ ਹੈਗਾ ਆ ਅਨਇੰਟੈਂਸ਼ਨਲੀ ਤੁਹਾਡੇ ਹੱਥ ਤੋਂ ਬੁੱਕ ਡਿੱਗ ਗਈ, ਅਤੇ ਡਿੱਗੀ ਥੱਲੇ ਜਿੱਥੇ ਸ਼ੂਜ਼ ਪਏ ਸੀਗੇ ਜਾਂ ਫਲੋਰ 'ਤੇ ਡਿੱਗ ਗਏ, ਇੱਕਦਮ ਚੁੱਕਦਿਆਂ ਨਾਲ ਮੱਥੇ ਨੂੰ ਲਾਓਗੇ, ਓਹ ਬੜੀ ਵੱਡੀ ਗਲਤੀ ਹੋ ਗਈ, ਬੜੀ ਵੱਡੀ ਗਲਤੀ ਹੋ ਗਈ। ਮੈਂ ਖੁਦ ਐਸੀ ਕਰਦੇ ਰਹੇ, ਬੱਚਿਆਂ ਨੂੰ ਅਸੀਂ ਕਰਦਿਆਂ ਨੂੰ ਦੇਖਿਆ। ਅਤੇ ਹੁਣ ਉਹਦੇ 'ਚ ਹੋਏਗਾ ਕਿ ਨੈਕਸਟ ਡੇ ਐਗਜ਼ਾਮ ਹੋਇਆ, ਐਗਜ਼ਾਮ ਥੋੜ੍ਹਾ ਹਾਰਡ ਆ ਗਿਆ, ਮਾਰਕਸ ਘੱਟ ਆਏ, ਇੱਕਦਮ ਅੰਦਰ ਫਿਕਰ ਪੈ ਜਾਏਗਾ, ਓਹੋ ਬੜੀ ਅਪਸ਼ਗਨੀ ਹੋਈ ਸੀਗੀ, ਪਾਪ ਲੱਗ ਗਿਆ ਉਸ ਦਿਨ, ਵਿਦਿਆ ਦੇਵੀ ਨਾਰਾਜ਼ ਹੋ ਗਈ, ਕਿਉਂਕਿ ਉਹ ਇਹ ਕੀ ਹੈ, ਲੋਕਾਂ ਨੇ ਜਿਹਨੂੰ ਕਹਿ, ਭਾਈ ਗੁਰਦਾਸ ਜੀ ਕਹਿੰਦੇ ਆਪਣੋ ਧਰਮ ਕੁਲਾ ਧਰਮ ਸਭ ਕੋ ਕਰੈ, ਇਹ ਧਰਮ ਕੁਲਾ ਧਰਮ ਆ ਜਿਹੜਾ ਪਿੱਛੋਂ ਆ ਰਿਹਾ, ਟ੍ਰੈਡੀਸ਼ਨ ਦੇ ਵਿੱਚੋਂ, ਰਹੋ ਰੀਤਾਂ ਦੇ ਵਿੱਚੋਂ, ਸਭ ਇਸ ਕਿਸਮ ਦੇ ਨਾਲ, ਅਤੇ ਇਸੇ ਨੂੰ ਧਰਮ ਬਣਾ ਕੇ ਲੋਕੀ, ਤੁਸੀਂ ਦੇਖੋ ਕੀ ਹੋ ਰਿਹਾ। 21ਵੀਂ ਸਦੀ ਦੇ ਦੂਸਰੇ ਦਹਾਕੇ ਦੇ ਵਿੱਚ ਸਾਡੇ ਉਸ ਖਿੱਤੇ ਦਾ ਹਾਲ ਦੇਖੋ ਕੀ ਹੈ, ਮਤਲਬ ਕੈਸੀ ਅਜੀਬ ਹਾਲਤ ਬਣੀ ਪਈ ਹੈ। ਕਿਤੇ ਕਿਸੇ ਧਰਮ ਸਥਾਨ ਦੀ ਪੂਜਾ ਅਰਚਨਾ ਰੱਖਣ ਵਾਲੇ ਲੋਕਾਂ ਦਾ ਧਰਮ ਸਥਾਨ ਤੋੜਿਆ ਜਾ ਰਿਹਾ ਹੈ, ਉੱਥੇ ਆਪਣਾ ਬਣਾਇਆ ਜਾ ਰਿਹਾ, ਤਾਂ ਅਜੀਬ ਤਰ੍ਹਾਂ ਦੀ ਮਜ਼ਮੇਕਾਰੀ ਦੇ ਖੁਸ਼ੀ ਦੀ ਇੰਤਹਾ ਆ। ਕਿਆ ਕਮਾਲ ਹੋ ਗਈ, ਐਡੀ ਵੱਡੀ ਜੰਗ ਜਿੱਤੀ ਕਿ ਕੀ ਚੀਜ਼ਾਂ ਤੁਸੀਂ ਯਾਦ ਕਰੋਗੇ, ਧਰਮ ਦੀ ਕਿਆ ਪਰਿਭਾਸ਼ਾ ਦਿੱਤੀ ਪਈ ਹੈ। ਇਨ ਬਿਟਵੀਨ ਛੋਟੀ ਜਿਹੀ ਬਾਤ ਕਰਦੇ ਹਾਂ, ਮਾਫੀ ਚਾਹਾਂਗਾ, ਵੈਸੇ ਤਾਂ ਲਾਵਾਂ ਦੀ ਵਿਆਖਿਆ 'ਚ ਧਿਆਨ ਨਾਲ ਬਾਈ ਚਾਂਸ ਆ ਗਈ ਬਾਤ। ਅੱਜ ਮੈਂ ਕੋਈ ਵੀਡੀਓ ਦੇਖ ਰਿਹਾ ਸੀਗਾ ਇੰਡੀਆ ਤੋਂ ਕਿ ਨਿਸ਼ਾਨ ਸਾਹਿਬ ਦਾ ਜਿਹੜਾ ਹੈਗਾ ਆ ਉਹ ਕੇਸਰੀ ਰੰਗ ਦਾ, ਉਹਦੇ ਉੱਤੇ ਸ਼ਾਇਦ ਇੱਕ ਓਂਕਾਰ ਵੀ ਲਿਖਿਆ ਸੀਗਾ, ਉਸ ਨੂੰ ਕਿਸੇ ਨੇ ਥੱਲੇ ਸੱਟ ਕੇ ਪੈਰਾਂ ਦੇ ਉੱਤੇ ਪੈਰ ਲਗਾਏ, ਫਿਰ ਉਸ ਤੋਂ ਬਾਅਦ ਉਹਨੂੰ ਜਿਹੜਾ ਹੈਗਾ ਦੇ ਪੁੱਟ ਔਨ ਫਲੇਮ, ਅੱਗ ਲਗਾ ਦਿੱਤੀ। ਨੋ ਡਾਊਟ ਅਸੀਂ ਬੜੀ, ਨਿਸ਼ਾਨ ਸਾਹਿਬ ਸਾਡੇ ਵਾਸਤੇ ਰਿਸਪੈਕਟਡ, ਇੱਕ ਸਾਡੇ ਲਈ ਹਾਇਰ ਰਿਸਪੈਕਟ ਦਾ ਸਿੰਬਲ ਆ, ਪਰ ਇਸ ਸਾਰੇ ਦੇ ਵਿੱਚ ਬਹੁਤ ਜ਼ਿਆਦਾ ਇਮੋਸ਼ਨਲ ਹੋਣ ਦੀ ਲੋੜ ਨਹੀਂ ਹੈ। ਸੌਰੀ ਟੂ ਸੇ, ਜੇ ਤੁਹਾਡੇ ਸੱਜਣ ਮਿੱਤਰ ਉੱਥੇ ਹੈਗੇ ਨੇ, ਭੈਣ ਭਰਾ ਹੈਗੇ ਨੇ, ਜਾਂ ਤੁਸੀਂ ਸੋਸ਼ਲ ਮੀਡੀਆ 'ਤੇ ਹੋ ਕਿਤੇ, ਪਲੀਜ਼ ਫੋਲੋ ਇਟ, ਆਮ ਸੇਇੰਗ ਲਿਟਰਲੀ, ਕਿਉਂਕਿ ਜਿਹੜਾ ਮਾਇਨਾ ਇਹਦੇ ਪਿੱਛੇ ਉਹ ਸਮਝੋ। ਮਾਇਨਾ ਇਹ ਹੈ ਜਿਹੜਾ ਇੱਕ ਵੱਡਾ ਮੁਹਾਜ ਵਿੱਢਿਆ ਉੱਥੇ ਕਿਰਸਾਨੀ ਦਾ, ਅਤੇ ਉਹਦੇ ਵਿੱਚ ਵੀ ਵੱਡੇ ਲੈਵਲ 'ਤੇ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਅਤੇ ਸਿੱਖੀ ਨੂੰ ਪਿਆਰ ਕਰਨ ਵਾਲੇ ਲੋਕ ਨੇ, ਉਸ ਸਾਰੇ ਉਹਨਾਂ ਦੇ ਐਫਰਟ ਨੂੰ ਡਿਰੇਲ ਕਰਨ ਵਾਸਤੇ ਹੈ। ਬਾਕੀ ਨਿਸ਼ਾਨ ਸਾਹਿਬ ਦੇ ਉੱਤੇ ਕਿਸੇ ਨੇ ਪੈਰ ਰੱਖਤਾ ਅਤੇ ਕਿਸੇ ਨੇ ਉਹਨੂੰ ਫਲੇਮ ਕਰ ਦਿੱਤਾ ਅਤੇ ਉਹਦੀ ਰਿਸਪੈਕਟ ਘੱਟ ਗਈ। ਐਡਾ ਸਿੱਖੀ ਦਾ ਜਿਹੜਾ ਹੈਗਾ ਆ ਰੂਪ ਸਾਨੂੰ ਛੋਟਾ ਨਹੀਂ ਰੱਖਣਾ ਚਾਹੀਦਾ। they are trying to provoke, ਉਹ ਉਕਸਾਣ ਦਾ ਕੰਮ ਕਰਨ ਵਾਸਤੇ ਕੁਛ ਕੀਤਾ ਜਾ ਰਿਹਾ। ਬੰਦਾ ਕਈ ਵਾਰੀ ਕਹਿੰਦਾ ਨਾ ਕਿ ਮੈਂ ਤੇ ਇਸ ਮੂਵਮੈਂਟ ਵਾਸਤੇ ਆਪਣੀ ਜਾਨ ਦੇਣ ਲਈ ਤਿਆਰ ਹਾਂ, ਫਿਜ਼ੀਕਲੀ ਕਿਸੇ ਕਿਸਮ ਦਾ ਵੀ ਲਾਸ ਹੋ ਜਾਏ, ਆਮ ਰੈਡੀ ਫॉर दैट। ਭਾਈ ਇਕੱਲਾ ਫਿਜ਼ੀਕਲ ਲਾਸ ਨਹੀਂ ਹੁੰਦਾ, ਮਨ ਨੂੰ ਵੀ ਸੱਟਾਂ ਮਾਰੀਆਂ ਜਾਂਦੀਆਂ ਨੇ, ਉਹਦੇ ਵਾਸਤੇ ਤਿਆਰ ਹੈ, ਇਹ ਵੀ ਚੇਤੇ ਰੱਖੀਏ। ਤੇ ਇਹ ਤੇ ਅਸੀਂ ਕਹਾਂਗੇ ਕਿ ਇੱਕ ਕੇਸਰੀ ਨਿਸ਼ਾਨ ਹੈ, ਨੋ ਡਾਊਟ ਕੇਸਰੀ ਨਿਸ਼ਾਨ ਤੇ ਕੱਪੜਾ ਹੀ ਹੈ, ਪਰ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਟਰਾਈ ਕੀਤੀ ਜਾ ਰਹੀ ਹੈ। ਇਸ ਚੀਜ਼ ਦੇ ਵਿੱਚ ਨਹੀਂ ਉਲਝਣਾ, ਨੋ, ਬਿਲਕੁਲ ਇਹਨੂੰ ਇਮੋਸ਼ਨਲ ਹੋ ਕੇ ਲੈ ਕੇ ਤੇ ਇੱਕਦਮ ਭੜਕਾਹਟ ਵਿੱਚ ਆ ਜਾਣਾ, ਐਸਾ ਨਹੀਂ ਹੈਗਾ। ਇਹ ਤੇ ਗੁਰੂ ਸਾਹਿਬ ਨੇ ਐਸਾ ਜੀਵਨ ਸਿਖਾਇਆ, ਕਦੀ ਗੁਰੂ ਕੇ ਪਿਆਰ ਵਾਲੇ ਗੁਰੂ ਸਾਹਿਬ ਆਪ, ਗੁਰੂ ਅਰਜਨ ਸਾਹਿਬ ਸਰੀਖੀ ਰੂਹ, ਤਤੀਆਂ ਤਵੀਆਂ ਤੇ ਅੱਗ ਨਾਲ ਆਪ ਲੂਤੀ। ਸਰੀਰ ਦਾ ਪ੍ਰੋਪਰ ਤਰੀਕੇ ਦੇ ਨਾਲ ਅਖੀਰਲੀਆਂ ਉਹਦੀਆਂ ਜਿਹੜੀਆਂ ਫਿਊਨਰਲ ਸੈਰੇਮਨੀਜ਼ ਹੁੰਦੀਆਂ ਨੇ, ਉਹ ਵੀ ਪ੍ਰੋਪਰ ਨਾ ਕਰਨ ਦਿੱਤੀਆਂ,
ਰਾਵੀ ਦੇ ਵਿੱਚ ਉਹਨੂੰ ਜਿਹੜਾ ਹੈਗਾ ਉਸ ਤਰੀਕੇ ਨਾਲ ਉਹਨੂੰ ਬਹਾਇਆ ਗਿਆ, ਸਭ ਚੀਜ਼ਾਂ ਕੀਤੀਆਂ ਗਈਆਂ। ਪਰ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਹਰਗੋਬਿੰਦ ਸਾਹਿਬ ਤੇ ਉਹਨਾਂ ਦੇ ਸਿੱਖ ਖੜੇ ਹੋਏ, ਉਹਨਾਂ ਦਾ ਕੋਈ ਗੱਲ ਨਹੀਂ। ਆਲੇ ਦੁਆਲੇ ਵੇਖੋ ਕਿਹੜੀ ਦਰਗਾਹ ਤੇ ਕਿਹੜਾ ਪੀਰ ਬੈਠਾ ਹੈ, ਉਹਨੂੰ ਫੜ ਕੇ ਉਹਨੂੰ ਅਸੀਂ ਐਵੇਂ ਹੀ ਕਰਾਂਗੇ। ਵੇਖੋ ਆਲੇ ਦੁਆਲੇ ਕਿਹੜੀ ਮਸੀਤ ਹੈ, ਮਸੀਤ ਤੋੜਾਂਗੇ ਜਾ ਕੇ ਨਾ। ਇਹੀ ਐਕਚੁਅਲੀ ਆਹੀ ਗੁਰਮਤ ਤੋਂ ਲਰਨ ਕਰਨ ਦੀ ਲੋੜ ਹੈ। ਜਿਹੜਾ ਸਬਰ ਆ ਨਾ, ਇਹਦੇ ਵਿੱਚੋਂ ਸਬੂਰੀ ਨਿਕਲਦੀ ਹੈ। ਇਸ ਲਈ ਬੀ ਅਲਰਟ ਅਬਾਊਟ ਇਟ। ਸਾਡੇ ਟ੍ਰੈਡੀਸ਼ਨਲ ਗ੍ਰੰਥਾਂ ਦੇ ਵਿੱਚ ਚੀਜ਼ ਲਿਖੀ ਗਈ ਹੈ ਕਿ ਕੁਝ ਬੰਦਿਆਂ ਦੀ ਅਪਰੋਚ ਕਿਸੇ ਮੁੱਦੇ ਬਾਰੇ ਕੁੱਤੇ ਵਾਲੀ ਹੁੰਦੀ ਹੈ। ਦੇ ਹੈਵ ਅਪਰੋਚ ਲਾਈਕ ਅ ਡੌਗ ਐਂਡ ਸਮ ਪੀਪਲ ਹੈਵ ਅਪਰੋਚ ਐਜ਼ ਏ ਲਾਇਨ। ਇੱਕ ਕੁਝ ਦੀ ਅਪਰੋਚ ਸ਼ੇਰ ਦੀ ਤਰ੍ਹਾਂ ਹੁੰਦੀ ਹੈ। ਕੁੱਤੇ ਨੂੰ ਕਹਿੰਦੇ ਨੇ ਕੋਈ ਡੰਡਾ ਮਾਰੇ ਨਾ ਤੇ ਕੁੱਤਾ ਡੰਡੇ ਨੂੰ ਪੈਂਦਾ, ਉਹ ਸੋਚਦਾ ਡੰਡਾ ਮੇਰਾ ਦੁਸ਼ਮਣ ਹੈ। ਡੰਡਾ ਦੁਸ਼ਮਣ ਨਹੀਂਗਾ ਤੇਰਾ, ਨਾ ਨਾ ਨਾ। ਜਿਹੜਾ ਡੰਡਾ ਮਾਰ ਰਿਹਾ ਉਹ ਦੁਸ਼ਮਣ ਹੈ ਤੇਰਾ। ਸ਼ੇਰ ਡੰਡੇ ਨੂੰ ਨਹੀਂ ਫੜਦਾ, ਉਹ ਡੰਡਾ ਮਾਰਨ ਵਾਲੇ ਨੂੰ ਫੜਦਾ ਆ। ਮੁੱਦੇ ਨੂੰ ਪਕੜੋ। ਮੁੱਦਾ ਉੱਥੇ ਨਹੀਂ ਨਿਸ਼ਾਨ ਸਾਹਿਬ ਚੜਾਇਆ ਨਹੀਂ ਚੜਾਇਆ ਆ ਉਸ ਰੂਪ ਦੇ। ਮੁੱਦਾ ਇਹ ਹੈ ਤੁਹਾਡੀ ਇੰਟੈਂਸ਼ਨ ਜਿਹੜੀ ਹੈ ਉਹਨੂੰ ਡਾਈਵਰਟ ਕਰਨਾ ਆ। ਬਸ ਇਸ ਚੀਜ਼ ਨੂੰ ਭਾਵੇਂ ਇੰਨਾ ਕਿ ਸੈਗਮੈਂਟ ਤੁਸੀਂ ਕਿਸੇ ਰੂਪ ਵਿੱਚ ਇੰਨੀ ਗੱਲ ਜ਼ਰੂਰ ਆਲੇ ਦੁਆਲੇ ਸਪਰੈਡ ਕਰੋ ਪਲੀਜ਼। ਮੈਂ ਬੇਨਤੀ ਜ਼ਰੂਰ ਕਰਾਂਗਾ, ਕਿਉਂਕਿ ਕਿਸੇ ਤਰੀਕੇ ਦੇ ਨਾਲ ਵੀ ਅਸੀਂ ਇਹੋ ਜਿਹੇ ਸਮੇਂ ਦੇ ਵਿੱਚ ਇਸ਼ੂ ਨੂੰ ਡਿਰੇਲ ਕਰਕੇ ਆਪਣਾ ਤੇ ਆਪਣੇ ਪੂਰੇ ਪਰਿਵਾਰਾਂ ਦਾ ਨੁਕਸਾਨ ਨਹੀਂ ਕਰਵਾ ਸਕਦੇ। ਬਹੁਤ ਹਾਈ ਪ੍ਰਾਈਜ਼ ਹੈ। ਤੇ ਸੌਰੀ ਟੂ ਸੇ, ਮੈਂ ਪਿੱਛੇ ਕਰਕੇ ਸੱਜਣ ਇੱਕ ਬਹੁਤ ਦਾਨਿਸ਼ਮੰਦ ਸਾਡੇ ਰਾਈਟਰ ਹੈਗੇ ਨੇ, ਮੈਂ ਖੁਦ ਉਹਨਾਂ ਨੂੰ ਬੜਾ ਪੜ੍ਹਿਆ, ਉਹ ਬਾਤ ਕਰ ਰਹੇ, ਕਹਿੰਦੇ ਨਹੀਂ ਕਈ ਵਾਰੀ ਅਸੀਂ ਕਹਿੰਦੇ ਨੁਕਸਾਨ ਬੜਾ ਹੋ ਜਾਏਗਾ। ਸਿੱਖੀ ਸ਼ਹਾਦਤ ਵੀ ਕੋਈ ਨੁਕਸਾਨ ਹੈ? ਸ਼ਹਾਦਤ ਤੇ ਇੱਕ ਬੜੀ ਵੱਡੀ ਪ੍ਰਾਪਤੀ ਹੈ, ਨੋ ਡਾਊਟ ਪ੍ਰਾਪਤੀ ਹੈ। ਮਾਫੀ ਮੰਗਦੇ ਮੈਂ ਲਫ਼ਜ਼ ਕਹਿ ਰਿਹਾ ਉਸੇ ਉਹਨਾਂ ਸੱਜਣਾ ਨੂੰ, ਮੇਰੇ ਬਜ਼ੁਰਗ ਨੇ, ਮੈਂ ਬਹੁਤ ਰਿਸਪੈਕਟ ਕਰਦਾ, ਪਰ ਮੈਂ ਗੱਲ ਕਹਿਣਾ ਆ ਸ਼ਹਾਦਤ ਉਸ ਦਿਨ ਬੜੀ ਉੱਚੀ, ਬੜੀ ਸੁੱਚੀ, ਬੜੀ ਵੱਡੀ ਚੀਜ਼ ਹੈ ਜਦੋਂ ਆਪਣੇ ਹੱਥਾਂ ਦਾ ਪਾਤੇ ਪਾਲਿਆ ਹੋਇਆ ਪੁੱਤ ਆਪਣੇ ਹੱਥੀਂ ਤੋਰ ਦਿਓ। ਤੇ ਆਪਣੇ ਭਰਾ ਨੂੰ ਆਪਣੇ ਹੱਥੀਂ ਤੋਰ ਦਿਓ, ਆਪ ਆਪਣੇ ਹੱਥੀਂ ਤੁਰ ਦਿਓ ਉਸ ਰੂਪ ਦੇ ਵਿੱਚ। ਬਗਾਨਿਆਂ ਨੂੰ ਬਲਦੀ ਦੇ ਮੂੰਹ 'ਚ ਡਾਹਣਾ ਤੇ ਫਿਰ ਸ਼ਹਾਦਤ ਦੀਆਂ ਤਾਰੀਫਾਂ ਕਰਨੀਆਂ ਨਹੀਂ, ਇਹ ਸੋਭਦੀਆਂ ਨਹੀਂ ਗੀਆਂ। ਜੋ ਇਸ ਤਰੀਕੇ ਦੇ ਨਾਲ ਬਾਲ ਬੱਚੇ ਸਭ ਪਰਿਵਾਰ ਇਸ ਰੂਪ ਵਿੱਚ ਲੈ ਕੇ ਸੜਕਾਂ ਤੇ ਬੈਠੇ ਰਹੇ, ਉਹਨਾਂ ਦੀ ਸੇਫਟੀ, ਉਹਨਾਂ ਦੀ ਵੈਲਬੀਇੰਗ, ਉਹਨਾਂ ਦੀ ਸਹੀ ਰੂਪ ਦੇ ਵਿੱਚ ਘਰਾਂ ਥਾਵਾਂ ਤੇ ਇੱਜ਼ਤ ਤੇ ਪੂਰੇ ਇਹਤਰਾਮ ਨਾਲ ਵਾਪਸੀ, ਇਹ ਵੀ ਬੜੀ ਜ਼ਰੂਰੀ ਹੈ। ਜਿੱਥੇ ਜਿੱਥੇ ਜਿਹਦਾ ਰੋਲ ਹੈ ਉਹਨੂੰ ਪਲੇ ਕਰਨਾ ਚਾਹੀਦਾ ਹੈਗਾ। ਹਰ ਬਾਤ ਧਰਮ ਹੈ, ਮਨੁੱਖਤਾ ਦਾ ਧਰਮ। ਦੇਖੋ ਤੁਸੀਂ, ਗੁਰੂ ਬਾਬਾ ਜੀ ਨੇ ਕਿਹਾ ਧਰਮ ਦੇ ਮਾਇਨੇ ਸਮਝੋ। ਧਰਮ ਦੇ ਮਾਇਨੇ ਕਿਸੇ ਪਾਪ ਪੁੰਨ ਦੇ ਛੋਟੇ ਵਿਚਾਰ ਚ ਪੈਣ ਦੇ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਗੁਰੂ ਨਾਨਕ ਸਾਹਿਬ ਕਹਿੰਦੇ ਏਕੋ ਧਰਮ ਦ੍ਰਿੜ੍ਹ ਸੱਚ ਕੋਈ। ਧਰਤੀ ਤੇ ਬੰਦਾ ਸਚਿਆਰ ਹੋਣ ਲਈ ਆਇਆ ਹੈ, ਸੱਚ ਨੂੰ ਵੇਖ, ਸੱਚ ਧਰਮ ਹੈ। ਏਕੋ ਧਰਮ ਦ੍ਰਿੜ੍ਹ ਸੱਚ ਕੋਈ, ਗੁਰਮਤਿ ਪੂਰਾ ਜੁਗ ਜੁਗ ਸੋਈ। ਗੁਰੂ ਕੀ ਮਤ ਮੁਤਾਬਕ ਉਹ ਧਰਮ ਜੁਗਾ ਜੁਗਾਂਤਰਾਂ ਤੱਕ ਪੂਰਾ ਹੈ। ਫਿਰ ਉਸ ਧਰਮ ਦੇ ਵੱਖਰੇ ਵੱਖਰੇ ਰੂਪ ਨੇ। ਉਹਨਾਂ 'ਚ ਇੱਕ ਧਰਮ ਗ੍ਰਸਤ ਮਤ ਦਾ ਧਰਮ ਹੈ ਆਪਣਾ, ਜਿਹਦੀ ਇਹਦੇ 'ਚ ਬਾਤ ਕੀਤੀ ਗਈ ਹੈ। ਉਸ ਮੈਂ ਯੂਨੀਵਰਸਲ ਕ੍ਰਾਈਟੀਰੀਆ ਦੀ ਬਾਤ ਕੀਤੀ ਨਾ, ਤੁਸੀਂ ਕਿ ਸਕੂਲ ਆਫ ਥਾਟ ਵਿੱਚੋਂ ਆ ਰਹੇ ਹੋ, ਤੁਸੀਂ ਕਿਸ ਕਿਸਮ ਦੇ ਆਰਗੇਨਾਈਜ਼ ਰਿਲੀਜੀਅਸ ਬਲੀਵ ਨਾਲ ਜੁੜੇ ਹੋ, ਦੈਟਸ your own choice. But when you have a role as a husband, you have a role as a wife, you have a role as a married couple, then definitely those individuals should follow a universal criteria. That universal criteria is called dharam. Baba ji saying, ਇਹ ਤਰੀਕਾ ਨਹੀਂ ਗਾ ਕਿ ਕਿਸੇ ਇਸ ਵਿਆਹ ਦਾ ਇਹ ਢੰਗ ਹੋ ਗਿਆ, ਇਹ ਤਰੀਕੇ ਨਾਲ ਹੋ ਗਿਆ, ਇਸ ਡੈਸਟੀਨੇਸ਼ਨ ਤੇ ਹੋ ਗਈ ਤੇ ਇਹ ਵਿਆਹ ਜ਼ਿਆਦਾ ਕਾਮਯਾਬ ਹੋ ਗਿਆ। ਵਿਆਹ ਦਾ ਧਰਮ ਪਾਲੋਗੇ, ਵਿਆਹ ਤਾਂ ਕਾਮਯਾਬ ਹੋਏਗਾ। ਇੱਥੇ ਬਚਨ ਆਇਆ ਹੈ ਕਿ ਧਰਮ ਦ੍ਰਿੜੋ ਪਾਪ ਤਜਾਇਆ। ਬੀਤੇ ਕੱਲ ਪਾਪ ਬਾਰੇ ਬੜੀ ਡਿਟੇਲਡ ਬਾਤ ਕਰਨ ਦੀ ਬਾਤ ਕੀਤੀ ਮੈਂ ਥੋੜੀ ਜੀ, ਉਸ ਰੂਪ ਦੇ ਵਿੱਚ ਉਹਨੂੰ ਤਜਾਣਾ ਆ। ਡਿਸਲੋਇਲਟੀ, ਡਿਸਰਿਸਪੈਕਟਫੁਲ, ਇੱਕ ਦੂਜੇ ਦੇ ਨਾਲ ਬੇਵਫਾਈ ਕਰਨੀ, ਇੱਕ ਦੂਜੇ ਨੂੰ ਧੋਖਾ ਦੇਣਾ, ਇੱਕ ਦੂਜੇ ਦੀ ਦਿਲ ਖਰਾਸ਼ੀ ਕਰਨੀ, ਦਿਲ ਤੋੜਨਾ, ਜਜ਼ਬਾਤਾਂ ਨਾਲ ਖੇਡਣਾ, ਇੱਕ ਦੂਜੇ ਨੂੰ ਤੰਗ ਕਰਕੇ ਆਪ ਖੁਸ਼ੀ ਲੈਣੀ, ਇਹ ਕੋਈ ਗ੍ਰਸਤ ਦਾ ਧਰਮ ਨਹੀਂ ਗਾ। ਇਹ ਤੇ ਬੰਦਾ ਨਰਕ, ਘੋਰ ਨਰਕ ਵਾਲੇ ਪਾਸੇ ਜਾ ਰਿਹਾ। ਅਗਲਾ ਬਚਨ ਇਹਦੇ 'ਚ,
ਧਰਮ ਦ੍ਰਿੜੋ ਹਰ ਨਾਮ ਤੇ ਆਵੋ ਸਿਮਰਿਤ ਨਾਮ ਦ੍ਰਿੜਾਇਆ। ਮੈਂ ਕਿਹਾ ਸੀਗਾ ਸਮ੍ਰਿਤੀ ਇੱਕ ਮਰਿਆਦਾ ਭਾਰਤੀ ਖਿੱਤੇ 'ਚ ਸਮਾਜ ਨੂੰ ਚਲਾਉਣ ਵਾਸਤੇ ਲੋਕਾਂ ਨੇ ਬਣਾਈ, ਜਿਹਦੇ ਬਾਬਤ ਗੁਰਮਤਿ ਨੇ ਕਿਹਾ ਕਿ ਇਹ ਜਿਹੜੀ ਹੈ ਇਹ ਸਾਂਕਲ ਹੈ, ਸੰਗਲੀ ਹੈ ਅਸਲ ਦੇ 'ਚ ਪੈਰਾਂ 'ਚ ਪਾਈ ਹੋਈ, ਇਹਦੇ 'ਚੋਂ ਬਾਹਰ ਨਿਕਲਿਆ ਜਾਏ। ਕਿਉਂਕਿ ਜਿਹੜੀ ਰੀਤ ਆ ਜਿਹਨੂੰ ਅਸੀਂ ਰਹੋ ਰੀਤ ਕਹਿੰਦੇ ਹਾਂ, ਵੇ ਆਫ ਲਾਈਫ, ਬਾਬਾ ਜੀ ਸਿੰਘ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ। We should burn those kind of traditions, those kind of actually way of lives or methods which are creating some kind of distance between our well-being and us, between our happiness and us. No, we cannot accept it. ਸਾਨੂੰ ਇਹਨੂੰ ਇਸ ਰੂਪ ਵਿੱਚ ਸਾਨੂੰ ਉਹਨਾਂ ਨੂੰ ਨਿਹਾਰਨਾ ਚਾਹੀਦਾ, ਵੇਖਣਾ ਚਾਹੀਦਾ ਹੈ। ਬਾਬਾ ਜੀ ਨੇ ਬਾਤ ਕੀਤੀ ਉਹੋ ਜਿਹੇ ਪਾਪ ਨੂੰ ਤਜਾ ਕੇ ਉਸ ਧਰਮ ਨੂੰ ਦ੍ਰਿੜ ਕਰਨਾ ਆ। ਧਰਮ ਦ੍ਰਿੜੋ ਹਰ ਨਾਮ ਤੇ ਆਓ ਸਿਮਰਿਤ ਨਾਮ ਦ੍ਰਿੜਾਇਆ, ਨਾਮ ਦ੍ਰਿੜਾਇਆ, ਨਾਮ ਕਰਤਾਰ ਹੈ। ਇੱਕ ਸਟੱਡੀ ਵੀ ਆਈ ਸੀਗੀ ਇੱਥੇ ਸਟੇਟਸ ਦੇ ਵਿੱਚ, ਉਹਦੇ 'ਚ ਇਹ ਸੀਗਾ ਕਿ ਲੋਕਾਂ ਦੇ ਵਿਵਾਹੁਤਰਾ ਰਿਸ਼ਤੇ ਬਾਬਤ ਕਿ ਕਿਉਂਕਿ ਮੈਂ ਜੋ ਉਸ ਦਿਨ ਬੇਨਤੀ ਕੀਤੀ ਸੀ ਕਿ ਕੈਨੇਡੀਅਨ ਕਲਚਰ ਦੇ ਵਿੱਚ ਪੀਪਲ ਹੂ ਬਲੀਵ ਇਨ ਟ੍ਰੈਡੀਸ਼ਨਲ ਮੈਰਿਜਸ ਦੇ ਆਰ ਇਨ ਮਾਈਨੋਰਿਟੀ, ਜਿਹੜੇ ਬਲੀਵ ਕਰਦੇ ਇਹਦੇ ਵਿੱਚ। ਇੱਥੇ ਸਿੰਗਲ ਪੇਰੈਂਟਿੰਗ ਮਾਡਲ ਚੱਲ ਰਿਹਾ, ਇੱਥੇ ਮੋਸਟਲੀ ਇਹ ਵੀ ਹੋ ਰਿਹਾ ਕਿ ਕਾਮਨ ਲਾ ਪਾਰਟਨਰ ਲਿਵ ਇਨ ਰਿਲੇਸ਼ਨਸ਼ਿਪ। हाँ भैया माफ़ी चाहूँगा मैं, but still nowadays what we are witnessing to society, friends with benefits, this is a normal thing in this society. In that way ਇਹ ਸਾਰੇ ਦੇ ਵਿੱਚ ਲੋਕੀ ਐਜ਼ ਏ ਕਪਲ ਐਕਟ ਕਰਦੇ, ਐਜ਼ ਏ ਹਸਬੈਂਡ ਵਾਈਫ, ਇਸ ਤਰੀਕੇ ਨਾਲ। ਸਾਡਾ ਤਾਂ ਇੱਥੋਂ ਦਾ ਲਾ ਕਹਿੰਦਾ ਕਿ ਡੂ ਟੂ ਪੀਪਲ ਆਰ ਲਿਵਿੰਗ ਟੂਗੈਦਰ ਫॉर वन होल ईयर, दैट मीन ਲਾ ਵਿਲ ਕੰਸੀਡਰ them ਐਜ਼ ਏ ਕਪਲ, ਹਸਬੈਂਡ ਵਾਈਫ। ਜਿਹੜੀ ਸਟੱਡੀ ਆਈ ਉੱਥੇ ਸਟੇਟਸ ਦੇ ਵਿੱਚ ਉਹ ਇਹ ਹੈ ਕਿ ਐਕਚੁਅਲੀ ਵਿਆਹ ਕਿਹੜਾ ਜ਼ਿਆਦਾ ਸਫਲ ਹੋਇਆ, ਕਿੰਨਾ ਦੋ ਇੰਡੀਵਿਜੂਅਲਸ ਨੇ ਇੱਕ ਦੂਜੇ ਨਾਲ ਕਮਿਟਮੈਂਟ ਕੀਤਾ ਤੇ ਉਹਨੂੰ ਸੁਚੱਜੇ ਢੰਗ ਨਾਲ ਨਿਭਾ ਸਕੇ। ਉਹ 'ਚ ਪਤਾ ਲੱਗਾ ਜਿਨ੍ਹਾਂ ਦੇ ਵਿਵਾਹਤਾ ਸੰਬੰਧ ਕਿਸੇ ਸਪਿਰਿਚੁਅਲ, ਕਿਸੇ ਰਿਲੀਜੀਅਸ ਸੈਰਮਨੀਜ਼ ਦੇ ਨਾਲ ਫੁੱਲਫਿਲ ਕੀਤੇ ਗਏ, ਉਹਨਾਂ ਨੂੰ ਉਸ ਤਰੀਕੇ ਨਾਲ ਪੂਰਿਆ ਗਿਆ। ਕਿਉਂਕਿ ਜਿਹੜਾ ਰੱਬ ਦਾ ਅਹਿਸਾਸ ਆ, ਜੇ ਮੈਂ ਕਈ ਵਾਰੀ ਬੱਚਿਆਂ ਨੂੰ ਕਹਿਣਾ ਕਿ ਹੋ ਸਕਦਾ ਤੁਸੀਂ ਇੱਕ ਦੂਜੇ ਨੂੰ ਚੂਜ਼ ਕੀਤਾ ਹੋਏ ਸੋਸਾਇਟੀ ਦੇ ਵਿੱਚ, ਤੁਸੀਂ ਇੱਕ ਦੂਜੇ ਨੂੰ ਚੁਣ ਕੇ ਕਿਹਾ ਹੋਇਆ ਵੀ ਮੈਂ ਤੇਰੇ ਨਾਲ ਵਿਆਹ ਕਰਾਉਣਾ, ਉਹਨੇ ਕਿਹਾ ਦੈਟਸ ਗੁੱਡ, ਬਟ ਜੇ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਵਿਆਹ ਕਰਾ ਰਹੇ ਹੋ, ਵਟ ਡਸ ਇਟ ਮੀਨ? ਇਟ ਮੀਨ both of you are getting each other as a gift from your guru. ਇਹ ਰਿਸ਼ਤਾ ਤੁਹਾਡੇ ਵਾਸਤੇ ਗੁਰੂ ਵੱਲੋਂ ਗਿਫਟ ਆ। ਇਟਸ ਏ, ਜਿਵੇਂ ਮੈਂ ਕਿਹਾ ਸੀ ਨਾ ਕਿ ਤੁਸੀਂ ਇਸ ਨੂੰ ਇੱਕ ਬਲਿਸ ਮੰਨਦੇ ਹੋ, ਇਟਸ ਏ ਬਲਿਸ ਫॉर ਅਸ। ਇਹ ਰੱਬ ਨੇ ਸਾਨੂੰ ਰਿਸ਼ਤਾ ਦਿੱਤਾ ਦਾਤ ਦੇ ਰੂਪ ਦੇ ਵਿੱਚ। ਸੋ ਇਹ ਹੈ ਨਾਮ ਦ੍ਰਿੜ ਕਰਾਉਣਾ, ਭਾਵ ਰੱਬ ਜੀ ਤੇਰੀ ਹੋਂਦ ਆ, ਤੇਰੇ ਤਰਸ ਵਿੱਚੋਂ ਸਾਨੂੰ ਇਹ ਜੀਵਨ ਜੀਣ ਦਾ ਮੌਕਾ ਇਕੱਠਿਆਂ ਮਿਲ ਰਿਹਾ ਹੈ। ਸਤਿਗੁਰ ਗੁਰਪੂਰਾ ਆਰਾਧੋ ਸਭ ਕਿਲ ਵਿਖ ਪਾਪ ਗਵਾਇਆ। ਸਤਿਗੁਰ ਗੁਰਪੂਰਾ ਆਰਾਧੋ। ਸਤਿਗੁਰੂ ਜਿਹੜਾ ਪੂਰਾ ਗੁਰੂ ਹੈ ਉਹਦੀ ਆਰਾਧਨਾ ਕਰਨੀ। ਇਹਦੀ ਬਾਤ ਦੂਜੀ ਲਾਮ ਵਿੱਚ ਥੋੜੀ ਡਿਟੇਲ ਚ ਆਏਗੀ, ਪਰ ਇੱਥੇ ਮਾੜੀ ਜੀ ਬਾਤ ਕਰਦੇ ਹਾਂ ਕਿ ਜਿੰਨੀ ਜਲਦੀ ਹੋ ਸਕੇਗਾ ਰੂਹਾਨੀ ਤੌਰ ਤੇ ਤੁਸੀਂ ਇੱਕ ਐਕਸਰਸਾਈਜ਼ ਵਿੱਚ ਚਲੇ ਜਾਓਗੇ ਐਜ਼ ਏ ਕਪਲ, ਇਵਨ ਐਜ਼ ਏ ਇੰਡੀਵਿਜੂਅਲ ਵੀ, ਤੁਹਾਡੇ ਜੀਵਨ ਦੇ ਵਿੱਚ ਇੱਕ ਨੈਕਸਟ ਲੈਵਲ ਆਏਗਾ। ਕਿਉਂਕਿ ਸਭ ਕਿਲਵਿਖ ਪਾਪ ਗਵਾਇਆ। ਕਿਲਵਿਖ ਪਾਪ ਗਵਾਇਆ, ਕਿਲਵਿਖ ਇਹ ਹੈ ਕਿ ਪਾਪ ਕਹਿੰਦੇ ਨੇ ਫਲਿਆ, ਜਿਹੜਾ ਮਾਫੀ ਚਾਹਾਂਗਾ, ਪਾਪ ਕਹਿੰਦੇ ਨੇ ਇੱਕ ਬਿਰਖ ਆ, ਉਸ ਬਿਰਖ ਨੂੰ ਲੱਗਣ ਵਾਲਾ ਫਲ ਕਹਿੰਦੇ ਦੁੱਖ ਆ। ਪਰ ਜਿਹੜਾ ਬਿਰਖ ਆ ਉਸ ਨੂੰ ਪੈਦਾ ਕਰਨ ਵਾਲਾ ਜਿਹੜਾ ਬੀਜ ਆ ਉਹ ਕਿਲਵਿਖ ਆ, ਜਿਹਨੂੰ ਅਸੀਂ ਮਾਡਰਨ ਸਾਈਕੋਲੋਜੀ ਦੇ ਵਿੱਚ ਬਾਤ ਕਰਦੇ ਹਾਂ। ਤੇ ਇਟਸ ਏ ਸੀਡ ਵਿਚ ਵੀ ਕੰਸੀਡਰ ਐਜ਼ ਏ ਵੈਰੀ ਟਾਈਨੀ ਥਾਟ,
which pop up just normally or naturally in our psyche. कुछ भी चीज़ आले दुआले वापरती है, जिवें सपोज करो, इन्हूं बहुत सारी एग्जाम्पल, मैं सिंपल एग्जाम्पल करदा एक, तुसी हसबैंड वाइफ हो, सब कुछ ठीक चल रहा है, वाइफ कुछ कोई गल कहिंदी है, तुसी सुनते नहीं, सपोज अजकल जिवें स्क्रीन अपनी दे लगे हो, वाइफ थोड़ी उच्ची बोलती है कि आर्ट यू लिसनिंग मी, यू नैवर अटेंड मी वैन आई टॉक, व्हाट्स रॉन्ग विद यू। बंदा एकदम संभलिया, उन्हें बंद किया, रखा, तो उन्हें कहा भी ओ यस सॉरी फॉर दैट, यस कैन यू रिपीट इट। ठीक है जी, उन्हें रिपीट करता। ਉਹਨੂੰ ਹਸਬੈਂਡ ਨੂੰ ਲੱਗਾ ਹੀ ਨਹੀਂ ਮੇਰੇ ਤੇ ਯੈਲ ਕੀਤੀ, ਉੱਚੀ ਬੋਲੇ ਇਸ ਰੂਪ ਦੇ ਵਿੱਚ। ਪਰ ਉਸ ਤੋਂ ਪਹਿਲਾਂ ਕਿਤੇ ਹਸਬੈਂਡ ਉੱਚੀ ਬੋਲਿਆ ਹੋਏ, ਉਸਨੇ ਕੁਛ ਬਾਤ ਕਹੀ ਹੋਏ, ਹੋ ਸਕਦਾ ਵਾਈਫ ਭੁੱਲ ਵੀ ਗਈ ਹੋਏ, ਪਰ ਹਸਬੈਂਡ ਦੇ ਮਨ ਵਿੱਚ ਹੋਏ ਕਿਤੇ ਨਾ ਕਿਤੇ ਵੀ ਇਹ ਜਿਹੜਾ ਹੈਗਾ ਉਦੋਂ ਇਹਨੇ ਮੈਨੂੰ ਇਸ ਤਰੀਕੇ ਨਾਲ ਕਿਹਾ ਸੀਗਾ। ਹੁਣ ਕੀ ਹੋਇਆ, ਹੁਣ ਵਾਈਫ ਜਦੋਂ ਬੋਲੀ ਉੱਚੀ ਇਸ ਤਰੀਕੇ ਦੇ ਨਾਲ, ਇੱਕਦਮ ਅੰਦਰ ਥਾਟ ਪੌਪ ਅਪ ਹੋ ਗਿਆ, ਓ ਵਾਓ ਦਿਸ ਇਜ਼ ਦ ਟਾਈਮ I should take my revenge. Now I should actually give her back what she has given me or actually offered me earlier. So now the time I will pay it back with the whole interest. Thought pop up हो गया, उस thought ने एकदम generate किया अंदर, एकदम अपने आप ਨੂੰ ना भी गुस्से च आ गया, अच्छा हुण तू जो इस तरीके नाल बोल रही है, हुण कि जो इस किस्म की बात हो गई, किल वेख। इस तो अगला की आ गया, पाप। इंटेंशनली बंदा जानदा आ गल कुछ नहीं हैगी, पर हुण समा बदला लैण दा पाप हो रहा। ते ये पाप कुछ होर नहीं गा, अपना ही खून साड़ रहा। पाप यही हुंदा है। पाप का मतलब यही नहीं होंदा किसी को दुख देना, पाप अपने आप में दुखी करना होंदा है। गुरुदेव कहते जे रूहानी तौर पर सतगुरु नूं आराध हो गए, सतगुरु इज द नेम ऑफ civic virtues, the virtues which insist us to follow the path of forgiveness, tolerance, wisdom. If someone does any mistake, be remorseful. That is whole virtues. These are whole virtues Satguru gifts us. ये जिहड़ी चीज़ है, इनू आराधो, इनू वार वार ध्याओ, वार वार दसो, वार वार बोलो। जिंदगी है, जो विचरोगे उत्ते थले आवाज़ भी जाएगी, एक दूजे नूं घट वध क्या भी जाएगा, सब चीज़ां। पर यह थोड़ा है कि उस चीज़ नूं गंढ बन लो ना, ये चीज़ होएगी, थॉट्स लगातार गलत जनरेट होणगे। थॉट्स दे विच गुरु नूं बिठाओ। इसलिए जिन्ने स्पिरिचुअली अंगेज करोगे अपने आप नूं हायर लैवल दे स्कूल ऑफ थॉट दे नाल, ओहो जे आइडियाज़ थॉट्स लगातार पॉपअप होणगे, जिंदगी खुशनुमा एहसासां नाल भरेगी। इहनूं साहब ने कहा धर्म है तुहाडा। फिर इहदे नाल होएगा कि सहज आनंद हुआ वड भागी। सहज आनंद एकदम इंस्टेंट, बंदा किसी चीज़ का जिहड़ा बेनीफिट लेना चाहुंदा है। आप देखते हो ना जिवें अजकल बड़ी जिहड़ी हैगी है वर्ट एक तरह दे नाल वैटिलिटी जिहड़ी हैगी है बड़ी वैरी कर रही है। स्टॉक मार्केट बड़ा वर्टाइल च एनवायरमेंट है। उहदा रीजन की है, क्योंकि ग्रीड ड्राइव करता बंदे नूं। एकदम ग्रीड आया, पैसे लगाते, लूज कर ले, बना ले, इस तरीके दे नाल बंदा एकदम बेनीफिट चाहुंदा, एकदम फायदा चाहुंदा है। जिहड़ा एकदम बेनीफिट लेना, एकदम फायदा लेना, या एकदम इंस्टेंट खुशी। विआह ते लोग इन्ना ज़्यादा खर्चा क्यों करते, इन्ना मजमा क्यों करते, एडी वड्डी सारी की है इंस्टेंट खुशी, एकदम पिए बस इंतहा दी खुशी। भले बंदे खुशी ते जीवन भर दा जिहड़ा है एक संगम है।
ਜੇ ਇਸ ਤਰੀਕੇ ਨਾਲ ਕਿਸੇ ਇੱਕ ਸਪੈਸੀਫਿਕ ਮੂਮੈਂਟ ਵਿੱਚ ਜੀਣ ਦੀ ਟਰਾਈ ਕਰੇਗਾ ਤੇ ਹੁੰਦਾ ਵੀ ਇਸ ਤਰੀਕੇ ਨਾਲ ਹੈ। ਵਿਆਹ ਹੋ ਗਿਆ, ਮੂਵੀਜ਼ ਬਣ ਗਈਆਂ, ਸਭ ਚੀਜ਼ਾਂ ਹੋ ਗਈਆਂ। ਕਈ ਵਾਰੀ ਲੋਕੀ ਉਮਰਾਂ ਤੱਕ ਉਹ ਬੈਠ ਕੇ ਉਹ ਮੂਵੀਜ਼ ਦੇਖੀ ਜਾਂਦੇ ਨੇ, ਉਸੇ ਚੀਜ਼ ਨੂੰ ਵਾਰ-ਵਾਰ ਰਿਪੀਟ ਕਰੀ ਜਾਂਦੇ ਨੇ। ਉਹ ਜਿਹੜੇ ਕੱਪੜੇ ਪਾਏ ਹੁੰਦੇ ਨੇ ਉਹਨਾਂ ਨੂੰ ਸ਼ੀਸ਼ਿਆਂ 'ਚ ਜੜਾ ਕੇ ਰੱਖ ਲੈਂਦੇ ਨੇ, ਉਹਦੇ 'ਚ ਪਾਸਟ 'ਚ ਜੀ ਜਾਂਦੇ ਨੇ। That was the moment when two people decided to go together. But the happiness they can have each and every moment of their lives. For that, they should have this understanding. ਸਹਿਜ ਆਨੰਦ ਹੋਆ ਵੱਡ ਭਾਗੀ। ਵੱਡੇ ਭਾਗਾਂ ਵਾਲੇ ਉਹ ਹੁੰਦੇ ਨੇ ਸਹਿਜ ਆਨੰਦ। ਜਿਵੇਂ ਜਿਵੇਂ ਜੀਵਨ ਅੱਗੇ ਬਤੀਤ ਹੁੰਦਾ ਆ, ਕੱਲ੍ਹ ਨਾਲੋਂ ਅੱਜ ਜ਼ਿਆਦਾ ਮਿੱਠਾ ਹੈ, ਅੱਜ ਨਾਲੋਂ ਅਗਲਾ ਦਿਨ ਹੋਰ ਜ਼ਿਆਦਾ ਮਿੱਠਾ ਹੈ। ਫਿਰ ਸਹਿਜ ਆਨੰਦ, ਇੱਕ ਹਾਇਰ ਲੈਵਲ ਦੇ ਪਲੈਜ਼ਰ ਵਾਲੇ ਪਾਸੇ ਬੰਦਾ ਵੱਧਦਾ ਲੱਗਾ ਜਾ ਰਿਹਾ। ਮਨ ਹਰ ਹਰ ਮਿੱਠਾ ਲਾਇਆ, ਫਿਰ ਮਨ ਨੂੰ ਜਾ ਕੇ ਹਰੀ ਬਹੁਤ ਮਿੱਠਾ ਲੱਗਦਾ ਆ। ਬੰਦਾ ਜਦੋਂ ਜ਼ਿੰਦਗੀ ਨੂੰ ਬੜੀ ਭਰੀ ਪੂਰੀ ਰੂਪ ਦੇ ਵਿੱਚ ਮਾਣਦਾ ਆ ਨਾ, ਇਹਦਾ ਮਤਲਬ ਇਹ ਨਹੀਂ ਕਿ ਬਹੁਤ ਜ਼ਿਆਦਾ ਕੰਫਰਟ ਵਾਲਾ ਸਮਾਨ ਇਕੱਠਾ ਹੋ ਜੇ ਜ਼ਿੰਦਗੀ ਦੇ ਵਿੱਚ, ਇਹੋ ਜਿਹੀਆਂ ਚੀਜ਼ਾਂ ਹੋ ਜਾਣ ਤਾਂ ਜਾ ਕੇ ਨਾ। ਐਕਚੁਅਲ ਲੈਵਲ ਤੇ ਬੰਦੇ ਨੂੰ ਇੱਕ ਜ਼ਿੰਦਗੀ ਬਾਰੇ ਤੇ ਆਲੇ ਦੁਆਲੇ ਬਾਰੇ ਇੱਕ ਰੀਅਲ ਅੰਡਰਸਟੈਂਡਿੰਗ ਆ ਜਾਏ, ਫਿਰ ਅਸਲ ਵਿੱਚ ਹਰ ਹਰ ਮਿੱਠਾ ਲਾਇਆ। ਮੈਡੀਟੇਸ਼ਨ, ਪਾਠ, ਇਹ ਧੱਕਾ ਨਹੀਂ ਆਪਣੇ ਆਪ ਨਾਲ। ਕਈ ਵਾਰ ਲੋਕ ਉਮਰਾਂ ਕੱਢਣ ਧੱਕਾ ਕਰਦੇ ਆ ਵੀ, ਜਿਹਨੂੰ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ, ਆਡੀਠ ਧਰਮ ਅਤ ਢੀਠ ਕਰਮ। ਅਡੀਠ ਧਰਮ, ਬੰਦਾ ਢੀਠ ਪੁਣੇ 'ਚ ਕੋਈ ਧਰਮ ਪਾਲੀ ਜਾਂਦਾ, ਅੱਤ ਦਾ ਢੀਠ ਹੋ ਕੇ ਕੋਈ ਕੰਮ ਕਰੀ ਜਾਂਦਾ। ਮਨ ਕਹਿ ਰਿਹਾ ਨਹੀਂ ਕਰਨਾ, ਕਹਿੰਦਾ ਨਹੀਂ ਕਰਨਾ ਆ, ਕੱਲ ਵੀ ਕੀਤਾ ਸੀ, 2 ਸਾਲ ਹੋ ਗਏ ਕਰਦੇ ਨੂੰ, ਹੁਣ ਕਿਵੇਂ ਛੱਡ ਸਕਦਾ। ਉਹਨੂੰ ਕੋਈ ਅਹਿਸਾਸ ਨਹੀਂ ਪਾਠ ਦੇ ਮਾਇਨੇ ਕੀ ਨੇ। ਹਰੀ ਨਹੀਂ ਮਿੱਠਾ ਲੱਗਦਾ ਉਹਨੂੰ, ਹਰੀ ਤੇ ਕੋਈ ਅਹਿਸਾਸ ਹੀ ਨਹੀਂ ਹੈਗਾ। ਇਹ ਤਾਂ ਨਹੀਂ, ਕਿਉਂਕਿ ਮੈਂ ਉਹਦਾ ਸ਼ੁਕਰ ਕਰਾਂ ਤੇ ਕਿਵੇਂ ਕਰਾਂ। If I have something in my mind that yes, I'm very grateful for that, then I should show some gratitude. Then I will appreciate. But if I don't have anything in my mind to show any gratitude toward Vaheguru Ji, then how can I show it? If I'm pretending that yeah, I'm very thankful, ਵਾਹਿਗੁਰੂ ਤੇਰਾ ਸ਼ੁਕਰ ਹੈ, ਦਿਨ ਤੇਰੇ ਭਾਣੇ 'ਚ ਸੁੱਖ ਦਾ ਬਤੀਤ ਹੋਇਆ, ਰਾਤ ਤੇਰੇ ਭਾਣੇ 'ਚ ਬਤੀਤ ਹੋਇਆ, but these are just words. I don't understand why I'm saying it. I don't have any inner actually kind of relationship with these words. Here Maharaj is saying, ਮਨ ਹਰ ਹਰ ਮਿੱਠਾ ਲਾਇਆ। ਹੁਣ ਤੇ ਸਹਿਜ ਆਨੰਦ ਆ, ਹੁਣ ਤੇ ਮਿੱਠਾ ਲੱਗਦਾ ਆ। ਜਨ ਕਹੇ ਨਾਨਕ ਲਾਮ ਪਹਿਲੀ, ਆਰੰਭ ਕਾਜ ਰਚਾਇਆ। हे ਨਾਨਕ ਹੈ, ਇਸ ਸਾਰੀ ਸੋਚ ਤੇ ਸਮਝ ਦੇ ਨਾਲ ਪ੍ਰਵਿਰਤੀ ਦਾ ਕਾਰਜ ਆਰੰਭ ਹੁੰਦਾ ਆ। ਇਹ ਸਟੈਪ ਆ। ਇਹ ਕਿਸ ਤਰ੍ਹਾਂ ਆ ਕਿ ਤੁਸੀਂ ਇੱਕ ਕਮਿਟਮੈਂਟ ਕੀਤਾ, ਇੱਕ ਅਹਿਦ ਕੀਤਾ, ਆਪਣੇ ਆਪ ਨਾਲ ਇੱਕ ਓਥ ਲੈ ਲਈ ਹੈ, ਕਿਸੇ ਰਾਹ ਦੇ ਉੱਤੇ ਤੁਰਨਾ ਆ। ਜਿੱਥੇ 2 ਇੰਡੀਵਿਜੂਅਲਸ ਨੇ ਵਿਆਹ ਦੇ ਬੰਧਨ 'ਚ ਇਹਨਾਂ ਨੂੰ ਪੜ੍ਹਦਿਆਂ ਸੁਣਦਿਆਂ ਹੋਇਆਂ ਤੁਰਨਾ ਆ, ਉੱਥੇ ਰੂਹਾਨੀ ਤੌਰ ਤੇ ਵੀ ਇਸ ਸਰੀਰ ਦੇ ਵਿੱਚ ਪਈ ਹੋਈ ਰੂਹ ਦਾ ਸੰਬੰਧ, ਉਸ ਰੂਹ ਨੂੰ ਸਾਜਣ ਵਾਲੀ ਰਚਨਾ ਦੇ ਨਾਲ ਵੀ ਇਸੇ ਤਰ੍ਹਾਂ ਦਾ ਹੋਣਾ ਚਾਹੀਦਾ ਹੈਗਾ। ਇੱਥੇ ਹੀ ਸਮਾਪਤੀ ਕਰਦੇ ਹਾਂ। ਭੁੱਲਾਂ ਗਲਤੀਆਂ ਲਈ ਮਾਫੀ। ਇੱਕ ਵਾਰ ਫਿਰ ਬੇਨਤੀ ਇਹ ਹੈ ਕਿ ਬਹੁਤ ਸਾਰੇ ਇਮੋਸ਼ਨਲ ਐਂਡ ਰਿਲੀਜੀਅਸ ਇਸ ਕਿਸਮ ਦੇ ਜਿਹੜੇ ਨੇ ਟੈਕਟਿਕਸ ਜਾਂ ਇਸ ਕਿਸਮ ਦੀਆਂ ਚੀਜ਼ਾਂ ਸੋਸਾਇਟੀ ਦੇ ਵਿੱਚ ਫੈਲਾਈਆਂ ਜਾਣਗੀਆਂ, ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ। ਬੀ ਅਲਰਟ, ਬੀ ਅਵੇਅਰ। ਇਮੋਸ਼ਨਸ ਨੂੰ ਇੱਕਦਮ ਹਾਈ ਨਾ ਕਰਿਓ, ਨਾ ਖੁਸ਼ੀ ਵਾਸਤੇ ਨਾ ਗਮ ਵਾਸਤੇ, ਕਿਉਂਕਿ ਇਹ ਸਮਾਂ ਬਹੁਤ ਧਿਆਨ ਦੇ ਨਾਲ ਸਮਝਣ ਵਾਲਾ, ਵਿਚਰਨ ਵਾਲਾ ਆ। ਇਸ ਸਮੇਂ ਦੇ ਵਿੱਚ ਤੁਹਾਡਾ ਖਾਸ ਕਰਕੇ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹੋਏ ਸਾਰੇ ਲੋਕ ਸਭ ਕੁਝ ਇੱਕ ਸਟੇਕ ਤੇ ਲਾ ਕੇ ਬੈਠੇ ਨੇ। ਕਿਰਸਾਨੀ ਨਾਲ ਵੱਡਾ ਹਿੱਸਾ ਸਾਡਾ ਜੁੜਿਆ ਹੈ। ਸੋ ਉਹਨਾਂ ਦੀ ਚੜ੍ਹਦੀ ਕਲਾ, ਸਫਲਤਾ ਦੀ ਦਿਲੀ ਅਰਦਾਸ ਦੇ ਨਾਲ ਹੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।